ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਰਾਜਵੀਰ ਕੌਰ ਹੈ। ਮੈਂ ਬਾਬਾ ਨਾਮਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਜ਼ਿਲ੍ਹਾ ਗੁਰਦਾਸਪੁਰ ਵਿਖੇ ਬਤੌਰ ਪੰਜਾਬੀ ਅਧਿਆਪਿਕਾ ਸੇਵਾ ਨਿਭਾ ਰਹੀ ਹਾਂ। ਅੱਜ ਅਸੀਂ 7ਵੀਂ ਜਮਾਤ ਦੇ ਪੰਜਾਬੀ ਵਿਸ਼ੇ ਦੇ ਪਾਠਕ੍ਰਮ ਵਿੱਚ ਸ਼ਾਮਿਲ ਲੇਖ ਅੱਤ ਸਰਦੀ ਦਾ ਇੱਕ ਦਿਨ ਬਾਰੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਲੇਖ ਰਚਨਾ ਬਾਰੇ। ਲੇਖ ਰਚਨਾ ਕੀ ਹੈ? ਲੇਖ ਛੋਟੇ ਆਕਾਰ ਦੀ ਉਸ ਵਾਰਤਕ ਰਚਨਾ ਦਾ ਨਾਂ ਹੈ ਜਿਸ ਵਿੱਚ ਕਿਸੇ ਦਿੱਤੇ ਗਏ ਵਿਸ਼ੇ ਸੰਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ ਅਥਵਾ ਆਪਣੇ ਵਿਚਾਰ ਪ੍ਰਗਟਾਏ ਜਾਂਦੇ ਹਨ। ਇਹ ਵਿਚਾਰ ਇੱਕ ਖਾਸ ਤਰਤੀਬ ਵਿੱਚ ਹੁੰਦੇ ਹਨ। ਇਸ ਤਰ੍ਹਾਂ ਕਿਸੇ ਦਿੱਤੇ ਵਿਸ਼ੇ ਉੱਤੇ ਵਾਰਤਕ ਵਿੱਚ ਕੀਤੀ ਰਚਨਾ ਨੂੰ ਲੇਖ ਕਹਿੰਦੇ ਹਨ। ਲੇਖ ਦੇ 3 ਜ਼ਰੂਰੀ ਪੱਖ ਹਨ। ਪਹਿਲਾ ਹੈ ਵਿਚਾਰ ਜਾਂ ਵਿਸ਼ਾ। ਲੇਖ ਵਿੱਚ ਪ੍ਰਗਟ ਕੀਤਾ ਅਨੁਭਵ ਲੇਖ ਦਾ ਬਹੁਤ ਜ਼ਰੂਰੀ ਹਿੱਸਾ ਹੁੰਦਾ ਹੈ। ਇਸ ਵਿੱਚ ਜੀਵਨ ਦੇ ਕਿਸੇ ਇੱਕ ਪੱਖ ਨੂੰ ਜਾਂ ਜੀਵਨ ਦੇ ਕਿਸੇ ਵਿਚਾਰ ਨੂੰ ਪ੍ਰਗਟਾਇਆ ਜਾ ਸਕਦਾ ਹੈ। ਛੋਟੀ ਤੋਂ ਛੋਟੀ ਅਤੇ ਵੱਡੀ ਤੋਂ ਵੱਡੀ ਚੀਜ਼ ਉੱਤੇ ਲੇਖ ਲਿਖਿਆ ਜਾ ਸਕਦਾ ਹੈ। ਲੇਖ ਲਈ ਵਿਸ਼ਾ ਉਹ ਚੁਣੋ ਜਿਸ ਬਾਰੇ ਪੂਰੀ ਜਾਣਕਾਰੀ ਹੋਵੇ। ਲੇਖ ਲਿਖਣ ਲਈ ਪਹਿਲਾ ਕਦਮ ਲੇਖ ਦੇ ਸਿਰਲੇਖ ਨੂੰ ਧਿਆਨ ਨਾਲ ਪੜ੍ਹਨਾ ਹੈ। ਇਸ ਨੂੰ ਠੀਕ ਤਰ੍ਹਾਂ ਸਮਝਣ ਨਾਲ ਪਤਾ ਲੱਗਦਾ ਹੈ ਕਿ ਲੇਖ ਵਿੱਚ ਕੀ ਕੁਝ ਲਿਖਿਆ ਜਾਣਾ ਚਾਹੀਦਾ ਹੈ। ਲੇਖ ਲਿਖਣ ਲਈ ਦੂਜਾ ਕਦਮ ਦਿੱਤੇ ਸਿਰਲੇਖ ਨਾਲ ਸੰਬੰਧਿਤ ਸਮੱਗਰੀ ਦੀ ਜਾਣਕਾਰੀ ਪ੍ਰਾਪਤ ਕਰਨਾ ਹੁੰਦਾ ਹੈ। ਕਿਸੇ ਵਿਸ਼ੇ ਉੱਤੇ ਲੇਖ ਲਿਖਣ ਲਈ ਲੋੜੀਂਦੀ ਸਮੱਗਰੀ ਵਿਦਿਆਰਥੀ ਨੂੰ ਪਾਠ ਪੁਸਤਕਾਂ, ਆਮ ਗਿਆਨ ਦੀਆਂ ਪੁਸਤਕਾਂ, ਰਿਸਾਲੇ, ਅਖਬਾਰਾਂ, ਰੇਡੀਓ, ਟੈਲੀਵਿਜ਼ਨ, ਇੰਟਰਨੈਟ, ਜਨਤਕ ਥਾਵਾਂ ਅਤੇ ਸਤਿਕਾਰਯੋਗ ਅਧਿਆਪਕਾਂ ਤੋਂ ਪ੍ਰਾਪਤ ਹੋ ਸਕਦੀ ਹੈ। ਲੇਖ ਦੇ ਵਿਸ਼ੇ ਨੂੰ ਸਪਸ਼ਟ, ਸਰਲ ਅਤੇ ਸਾਦੇ ਢੰਗ ਨਾਲ ਬਿਆਨ ਕੀਤਾ ਜਾਣਾ ਚਾਹੀਦਾ ਹੈ। ਵਿਸ਼ੇ ਤੋਂ ਇਲਾਵਾ ਭਾਸ਼ਾ ਵੀ ਲੇਖ ਦਾ ਜ਼ਰੂਰੀ ਪੱਖ ਹੈ ਕਿਉਂਕਿ ਲੇਖ ਲਿਖਿਆ ਹੀ ਵਾਰਤਕ ਵਿੱਚ ਜਾਂਦਾ ਹੈ ਅਤੇ ਇਸ ਦੀ ਰਚਨਾ ਸਮੇਂ ਭਾਸ਼ਾ ਦੀ ਸਰਲਤਾ ਅਤੇ ਵਿਆਕਰਣ ਦੇ ਨਿਯਮਾਂ ਨੂੰ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ। ਸ਼ੁੱਧ ਅਤੇ ਸਰਲ ਭਾਸ਼ਾ ਲੇਖ ਲਈ ਬਹੁਤ ਜ਼ਰੂਰੀ ਹੈ। ਭਾਸ਼ਾ ਵਿਆਕਰਨਿਕ ਤੌਰ 'ਤੇ ਸ਼ੁੱਧ ਹੋਵੇ। ਲੇਖ ਵਿੱਚ ਵਰਤੀ ਗਈ ਭਾਸ਼ਾ ਮਿਆਰੀ ਹੋਵੇ। ਸ਼ਬਦ ਜੋੜ ਮਿਆਰੀ ਅਤੇ ਪ੍ਰਵਾਨਿਤ ਹੋਣ। ਸ਼ੈਲੀ ਵੀ ਲੇਖ ਦਾ ਜ਼ਰੂਰੀ ਪੱਖ ਹੈ। ਸਧਾਰਨ ਰੂਪ ਵਿੱਚ ਸ਼ੈਲੀ ਨੂੰ ਬਿਆਨ ਕਰਨ ਦਾ ਢੰਗ ਹੀ ਆਖਿਆ ਜਾ ਸਕਦਾ ਹੈ। ਚੰਗੇ ਵਿਚਾਰਾਂ ਨੂੰ ਸ਼ੁੱਧ ਭਾਸ਼ਾ ਵਿੱਚ ਬੱਝਵੇਂ, ਲੜੀਵਾਰ ਅਤੇ ਜ਼ੋਰਦਾਰ ਢੰਗ ਨਾਲ ਬਿਆਨ ਕਰਨਾ ਵੀ ਬਹੁਤ ਜ਼ਰੂਰੀ ਹੈ। ਲਿਖਤ ਦਾ ਪ੍ਰਭਾਵ ਵਾਕ ਵਿੱਚ ਢੁਕਵੇਂ ਸ਼ਬਦਾਂ, ਲੋੜੀਂਦੇ ਮੁਹਾਵਰਿਆਂ, ਅਖੌਤਾਂ ਆਦਿ ਦੀ ਸੁਚੱਜੀ ਵਰਤੋਂ ਨਾਲ ਵੱਧਦਾ ਹੈ।
ਲੇਖ ਲਿਖਣ ਦੀ ਕਲਾ ਬਾਰੇ ਵਿਚਾਰ ਕਰਨ ਲਈ ਲੇਖਾਂ ਦਾ ਵਰਗੀਕਰਨ ਦੋ ਵਰਗਾਂ ਵਿੱਚ ਕੀਤਾ ਜਾ ਸਕਦਾ ਹੈ। ਪਹਿਲਾ ਹੈ ਖੇਤਰ ਅਨੁਸਾਰ ਲੇਖਾਂ ਦਾ ਵਰਗੀਕਰਨ ਅਤੇ ਦੂਸਰਾ ਹੈ ਲਿਖਣ ਢੰਗ ਅਨੁਸਾਰ ਲੇਖਾਂ ਦਾ ਵਰਗੀਕਰਨ। ਪਹਿਲਾ ਹੈ ਖੇਤਰ ਅਨੁਸਾਰ ਲੇਖਾਂ ਦਾ ਵਰਗੀਕਰਨ। ਇਸ ਵਿੱਚ ਸਮਾਜ, ਰਾਜਨੀਤੀ, ਵਿਦਿਆ, ਵਿਗਿਆਨ, ਸਾਹਿਤ, ਕਲਾ, ਸੱਭਿਆਚਾਰ ਆਦਿ ਖੇਤਰਾਂ ਨਾਲ ਸੰਬੰਧਿਤ ਲੇਖ, ਪੇਂਡੂ ਜਾਂ ਸ਼ਹਿਰੀ ਜੀਵਨ ਨਾਲ ਸੰਬੰਧਿਤ ਲੇਖ, ਸਥਾਨਿਕ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਮੱਸਿਆਵਾਂ ਬਾਰੇ ਲੇਖ ਆਉਂਦੇ ਹਨ। ਦੂਸਰਾ ਵਰਗੀਕਰਨ ਲਿਖਣ ਢੰਗ ਅਨੁਸਾਰ ਹੈ। ਇਸ ਵਿੱਚ ਪਹਿਲਾ ਹੈ ਵਰਣਨਾਤਮਿਕ ਲੇਖ, ਜੋ ਕਿਸੇ ਦ੍ਰਿਸ਼, ਸਥਾਨ, ਅੱਖੀ ਡਿੱਠੇ ਮੇਲੇ ਆਦਿ ਵਿਸ਼ਿਆਂ ਨਾਲ ਸੰਬੰਧਿਤ ਹੁੰਦੇ ਹਨ। ਦੂਸਰਾ ਹੈ ਬਿਰਤਾਂਤਿਕ ਲੇਖ। ਇਸ ਵੰਨਗੀ ਵਿੱਚ ਜੀਵਨੀਆਂ, ਯਾਤਰਾਵਾਂ, ਇਤਿਹਾਸਿਕ ਘਟਨਾਵਾਂ ਆਦਿ ਨਾਲ ਸੰਬੰਧਿਤ ਲੇਖ ਹੁੰਦੇ ਹਨ। ਤੀਸਰਾ ਹੈ ਵਿਚਾਰਾਤਮਿਕ ਲੇਖ। ਇਸ ਵਿੱਚ ਕਿਸੇ ਅਖਾਣ, ਕਵਿਤਾ ਦੀ ਤੁਕ ਆਦਿ 'ਤੇ ਲਿਖੇ ਲੇਖ ਹੁੰਦੇ ਹਨ। ਚੌਥਾ ਹੈ ਭਾਵਾਤਮਿਕ ਲੇਖ। ਇਸ ਵਿੱਚ ਦੇਸ਼ ਪਿਆਰ, ਬਚਪਨ, ਮਾਂ ਦੀ ਮਮਤਾ, ਫੁੱਲਾਂ ਦੀ ਸੁੰਦਰਤਾ ਆਦਿ ਬਾਰੇ ਲੇਖ ਹੁੰਦੇ ਹਨ। ਪੰਜਵਾਂ ਹੈ ਕਲਪਨਾਮਈ ਲੇਖ। ਇਸ ਵਿੱਚ ਕਲਪਨਾ ਦੀ ਪ੍ਰਧਾਨਤਾ ਵਾਲੇ ਲੇਖ, ਜਿਵੇਂ ਜੇ ਮੈਂ ਲੱਖਪਤੀ ਹੋਵਾਂ ਆਦਿ ਲੇਖ ਆਉਂਦੇ ਹਨ। ਹਰ ਲੇਖ ਦੇ 3 ਹਿੱਸੇ ਹੁੰਦੇ ਹਨ: ਆਦ, ਮੱਧ ਅਤੇ ਅੰਤ। ਆਦ ਵਿੱਚ ਤਾਂ ਕੇਵਲ ਲੇਖ ਦੇ ਵਿਸ਼ੇ ਨਾਲ ਮੁੱਢਲੀ ਜਾਣ ਪਹਿਚਾਣ ਕਰਵਾਈ ਜਾਂਦੀ ਹੈ। ਮੱਧ ਭਾਗ ਲੇਖ ਦਾ ਬਹੁਤ ਜ਼ਰੂਰੀ ਹਿੱਸਾ ਹੁੰਦਾ ਹੈ। ਇੱਥੇ ਵਿਚਾਰਾਂ ਨੂੰ ਵਿਸਥਾਰ ਦੇਣ ਦੀ ਜ਼ਰੂਰਤ ਹੁੰਦੀ ਹੈ। ਅੰਤ ਵਿੱਚ ਤਾਂ ਕੇਵਲ ਵਿਚਾਰਾਂ ਨੂੰ ਕਲਾਪੂਰਨ ਢੰਗ ਨਾਲ ਖਤਮ ਕਰਨਾ ਹੁੰਦਾ ਹੈ। ਇੱਕ ਚੰਗੇ ਲੇਖ ਵਿੱਚ ਬਹੁਤ ਸਾਰੇ ਗੁਣ ਹੁੰਦੇ ਹਨ। ਇੱਕ ਚੰਗੇ ਲੇਖ ਦਾ ਸਭ ਤੋਂ ਵੱਧ ਜ਼ਰੂਰੀ ਗੁਣ ਇਹ ਹੈ ਕਿ ਜਿਸ ਵਿਸ਼ੇ 'ਤੇ ਲੇਖ ਲਿਖਣਾ ਹੋਵੇ ਉਸ ਬਾਰੇ ਸਾਨੂੰ ਸਪਸ਼ਟ ਜਾਣਕਾਰੀ ਹੋਣੀ ਚਾਹੀਦੀ ਹੈ। ਲੇਖ ਵਿੱਚ ਜੋ ਲਿਖਿਆ ਜਾਵੇ ਉਹ ਕਿਸੇ ਤਰਤੀਬ ਵਿੱਚ ਹੋਵੇ। ਚੰਗੇ ਲੇਖ ਵਿੱਚ ਵਿਚਾਰਾਂ ਦੇ ਪ੍ਰਭਾਵ ਦੀ ਏਕਤਾ ਹੁੰਦੀ ਹੈ। ਲੇਖ ਦੇ ਆਦ, ਮੱਧ ਤੇ ਅੰਤ ਵਿੱਚ ਰੋਚਕਤਾ ਅਤੇ ਸ਼ਕਤੀਸ਼ਾਲੀ ਪ੍ਰਭਾਵ ਹੋਣਾ ਚਾਹੀਦਾ ਹੈ। ਸਾਰਾ ਲੇਖ ਇੱਕ ਮਾਲਾ ਦੇ ਮਣਕਿਆਂ ਵਾਂਗ ਪਰੋਇਆ ਹੋਣਾ ਚਾਹੀਦਾ ਹੈ। ਲੇਖ ਵਿੱਚ ਵਿਚਾਰ ਵਾਰ-ਵਾਰ ਨਾ ਆਉਣ। ਲੇਖ ਵਿੱਚ ਸ਼ੁੱਧ ਸ਼ਬਦ ਜੋੜ ਅਤੇ ਸਰਲ ਭਾਸ਼ਾ ਇੱਕ ਵੱਡਾ ਗੁਣ ਹੁੰਦਾ ਹੈ। ਸ਼ੁੱਧ ਲਿਖਾਈ ਲਈ ਲੋੜ ਅਨੁਸਾਰ ਵਿਸਰਾਮ ਚਿੰਨ੍ਹਾਂ ਦੀ ਵਰਤੋਂ ਵੀ ਬਹੁਤ ਜ਼ਰੂਰੀ ਹੈ। ਲੇਖ ਛੋਟੇ-ਛੋਟੇ ਪੈਰਿਆਂ ਵਿੱਚ ਵੰਡਿਆ ਹੋਣਾ ਚਾਹੀਦਾ ਹੈ। ਹੁਣ ਅਸੀਂ ਅੱਤ ਸਰਦੀ ਦਾ ਇੱਕ ਦਿਨ ਲੇਖ ਬਾਰੇ ਗੱਲਬਾਤ ਕਰਾਂਗੇ। ਬਦਲਾਅ ਕੁਦਰਤ ਦਾ ਨਿਯਮ ਹੈ। ਕੁਦਰਤ ਦੇ ਵਿੱਚ ਸਮੇਂ ਦੇ ਨਾਲ-ਨਾਲ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਹਨ। ਰੁੱਤਾਂ ਬਦਲਦੀਆਂ ਰਹਿੰਦੀਆਂ ਹਨ। ਪੰਜਾਬ ਦੀ ਜਰਖੇਜ਼ ਧਰਤੀ ਨੂੰ
ਇਸ ਗੱਲ ਦਾ ਮਾਣ ਹੈ ਕਿ ਇੱਥੇ ਅਸੀਂ ਅਲੱਗ-ਅਲੱਗ ਰੁੱਤਾਂ ਦੇ ਨਜ਼ਾਰਿਆਂ ਨੂੰ ਮਾਣਦੇ ਹਾਂ। ਹਰ ਰੁੱਤ ਦਾ ਆਪਣਾ ਮਜ਼ਾ ਅਤੇ ਆਨੰਦ ਹੈ। ਸਾਡੇ ਦੇਸ਼ ਵਿੱਚ 6 ਰੁੱਤਾਂ ਆਪਣੇ ਆਪਣੇ ਸਮੇਂ ਮੁਤਾਬਕ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ। ਮੁੱਖ ਤੌਰ 'ਤੇ 6 ਰੁੱਤਾਂ ਮੰਨੀਆਂ ਜਾਂਦੀਆਂ ਹਨ। ਪਹਿਲੀ ਹੈ ਬਸੰਤ ਰੁੱਤ। ਬਸੰਤ ਰੁੱਤ ਚੇਤ ਵਿਸਾਖ ਦੇ ਮਹੀਨੇ ਭਾਵ ਮੱਧ ਮਾਰਚ ਤੋਂ ਮੱਧ ਮਈ ਤੱਕ ਹੁੰਦੀ ਹੈ। ਦੂਸਰੀ ਹੈ ਗ੍ਰੀਸ਼ਮ ਰੁੱਤ, ਜਿਸ ਨੂੰ ਅਸੀਂ ਗਰਮੀ ਦੀ ਰੁੱਤ ਕਹਿੰਦੇ ਹਾਂ। ਇਹ ਰੁੱਤ ਜੇਠ ਹਾੜ ਦੇ ਮਹੀਨੇ ਭਾਵ ਮੱਧ ਮਈ ਤੋਂ ਮੱਧ ਜੁਲਾਈ ਤੱਕ ਹੁੰਦੀ ਹੈ। ਤੀਸਰੀ ਹੈ ਵਰਖਾ ਰੁੱਤ, ਜਿਸ ਨੂੰ ਅਸੀਂ ਮੀਂਹ ਦੀ ਰੁੱਤ ਵੀ ਕਹਿੰਦੇ ਹਾਂ। ਇਹ ਰੁੱਤ ਸਾਉਣ ਭਾਦੋਂ ਦੇ ਮਹੀਨੇ ਭਾਵ ਮੱਧ ਜੁਲਾਈ ਤੋਂ ਮੱਧ ਸਤੰਬਰ ਤੱਕ ਹੁੰਦੀ ਹੈ। ਚੌਥਾ ਹੈ ਸਰਦੀ ਰੁੱਤ। ਸਰਦੀ ਰੁੱਤ ਅੱਸੂ ਕੱਤਕ ਦੇ ਮਹੀਨੇ ਭਾਵ ਮੱਧ ਸਤੰਬਰ ਤੋਂ ਲੈ ਕੇ ਮੱਧ ਨਵੰਬਰ ਦੇ ਮਹੀਨੇ ਤੱਕ ਹੁੰਦੀ ਹੈ। ਪੰਜਵਾਂ ਹੈ ਹੇਮੰਤ ਰੁੱਤ, ਜੋ ਕਿ ਸ਼ੀਤਕਾਲ ਦੀ ਰੁੱਤ ਹੈ। ਇਹ ਰੁੱਤ ਮੱਘਰ ਪੋਹ ਦੇ ਮਹੀਨੇ ਭਾਵ ਮੱਧ ਨਵੰਬਰ ਤੋਂ ਲੈ ਕੇ ਮੱਧ ਜਨਵਰੀ ਤੱਕ ਹੁੰਦੀ ਹੈ। ਪੰਜਵੀਂ ਹੈ ਸ਼ਿਸ਼ਿਰ ਰੁੱਤ, ਜਿਸ ਨੂੰ ਅਸੀਂ ਸ਼ੀਤਕਾਲ ਦੀ ਰੁੱਤ ਕਹਿੰਦੇ ਹਾਂ। ਇਹ ਰੁੱਤ ਮਾਘ ਫੱਗਣ ਦੇ ਮਹੀਨੇ ਵਿੱਚ ਭਾਵ ਮੱਧ ਜਨਵਰੀ ਤੋਂ ਲੈ ਕੇ ਮੱਧ ਮਾਰਚ ਤੱਕ ਹੁੰਦੀ ਹੈ। ਇਸ ਤਰ੍ਹਾਂ ਸਾਡੇ ਦੇਸ਼ ਦੇ ਵਿੱਚ 6 ਰੁੱਤਾਂ ਆਪਣੇ ਆਪਣੇ ਸਮੇਂ ਮੁਤਾਬਕ ਆਉਂਦੀਆਂ ਹਨ। ਸਰਦੀ ਰੁੱਤ ਅੱਸੂ ਅਤੇ ਕੱਤਕ ਦੇ ਮਹੀਨੇ ਭਾਵ ਮੱਧ ਸਤੰਬਰ ਤੋਂ ਮੱਧ ਨਵੰਬਰ ਤੱਕ ਹੁੰਦੀ ਹੈ। ਸਰਦੀ ਦੀ ਰੁੱਤ ਵਿੱਚ ਧੁੰਦ ਪੈਂਦੀ ਹੈ, ਕੋਹਰਾ ਪੈਂਦਾ ਹੈ, ਕੱਕਰ ਪੈਂਦਾ ਹੈ ਅਤੇ ਹਰ ਕੋਈ ਗਰਮ ਕੱਪੜੇ ਪਾ ਕੇ ਸਰਦੀ ਤੋਂ ਆਪਣਾ ਬਚਾਅ ਕਰਦਾ ਹੈ। ਹੇਮੰਤ ਤੇ ਸ਼ਿਸ਼ਿਰ ਰੁੱਤਾਂ ਸ਼ੀਤਕਾਲ ਦੀਆਂ ਰੁੱਤਾਂ ਹਨ, ਜੋ ਮੱਘਰ ਪੋਹ ਭਾਵ ਮੱਧ ਨਵੰਬਰ ਤੋਂ ਮੱਧ ਜਨਵਰੀ ਅਤੇ ਮਾਘ ਫੱਗਣ ਦੇ ਮਹੀਨੇ ਭਾਵ ਮੱਧ ਜਨਵਰੀ ਤੋਂ ਲੈ ਕੇ ਮੱਧ ਮਾਰਚ ਤੱਕ ਹੁੰਦੀਆਂ ਹਨ। ਸ਼ੀਤਕਾਲ ਦੀ ਰੁੱਤ ਦੇ ਵਿੱਚ ਅੰਤਾਂ ਦੀ ਠੰਡ ਪੈਂਦੀ ਹੈ। ਲੋਕ ਗਰਮ ਕੱਪੜੇ ਪਾ ਕੇ ਅਤੇ ਗਰਮ ਚੀਜ਼ਾਂ ਖਾ ਕੇ ਠੰਡ ਤੋਂ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਤਰ੍ਹਾਂ ਹਰ ਰੁੱਤ ਦਾ ਆਪਣਾ ਮਹੱਤਵ ਹੈ। ਸਰਦੀ ਦੀ ਰੁੱਤ ਦਾ ਆਗਮਨ ਅੱਤ ਦੀ ਗਰਮੀ ਪਿੱਛੋਂ ਵਰਖਾ ਦੀ ਰੁੱਤ ਆਉਂਦੀ ਹੈ। ਵਰਖਾ ਦੀਆਂ ਖੂਬ ਝੜੀਆਂ ਲੱਗਦੀਆਂ ਹਨ। ਵਰਖਾ ਰੁੱਤ ਦੀਆਂ ਇਹ ਝੜੀਆਂ ਗਰਮ ਮੌਸਮ ਵਿੱਚ ਨਮੀ ਪੈਦਾ ਕਰਕੇ ਸਰਦੀ ਦੀ ਰੁੱਤ ਦੇ ਆਉਣ ਦਾ ਸੰਕੇਤ ਦਿੰਦੀਆਂ ਹਨ। ਸਰਦੀ ਦੀ ਰੁੱਤ ਪੋਹ ਮਾਘ ਦੇ ਮਹੀਨਿਆਂ ਤੱਕ ਚੱਲਦੀ ਹੈ। ਜਦੋਂ ਕਦੇ ਸਰਦੀ ਦੇ ਮੌਸਮ ਵਿੱਚ ਬਰਫਾਨੀ ਹਵਾ ਚੱਲਦੀ ਹੈ ਤਾਂ ਲੋਕ ਅੱਗ ਦੀ ਤਪਸ਼ ਅਤੇ ਰਜਾਈਆਂ ਦੇ ਨਿੱਘ ਭਾਲਦੇ ਹਨ। ਸਰਦੀਆਂ ਦੇ ਮਹੀਨੇ ਦਸੰਬਰ ਅਤੇ ਜਨਵਰੀ ਦੇ ਮਹੀਨਿਆਂ ਵਿੱਚ ਸਰਦੀ ਆਪਣੇ ਪੂਰੇ ਜੋਬਨ ਉੱਤੇ ਹੁੰਦੀ ਹੈ। ਦਿਨ ਛੋਟੇ ਅਤੇ ਰਾਤਾਂ ਵੱਡੀਆਂ ਹੁੰਦੀਆਂ ਹਨ। ਕੋਹਰਾ, ਕੱਕਰ ਅਤੇ ਧੁੰਦ ਪੈਣੀ ਸ਼ੁਰੂ ਹੋ ਜਾਂਦੀ ਹੈ। ਲੋਕ
ਸਰਦੀਆਂ ਨੂੰ ਗਰਮ ਕੱਪੜੇ ਪਾਉਣੇ ਸ਼ੁਰੂ ਕਰ ਦਿੰਦੇ ਹਨ। ਸਰਦੀਆਂ ਵਿੱਚ ਜੀਵ ਜੰਤੂ ਨਿੱਘ ਭਾਲਦੇ ਲੁਕਦੇ ਫਿਰਦੇ ਹਨ। ਪਸ਼ੂਆਂ ਦਾ ਹਾਲ ਵੀ ਮੰਦਾ ਹੋ ਜਾਂਦਾ ਹੈ। ਇਸ ਤਰ੍ਹਾਂ ਪੰਜਾਬ ਵਿੱਚ ਨਵੰਬਰ ਮਹੀਨੇ ਤੋਂ ਸਰਦੀ ਰੁੱਤ ਸ਼ੁਰੂ ਹੋ ਜਾਂਦੀ ਹੈ ਅਤੇ ਦਸੰਬਰ ਤੇ ਜਨਵਰੀ ਵਿੱਚ ਅੱਤ ਦੀ ਸਰਦੀ ਪੈਂਦੀ ਹੈ। ਅਮੀਰਾਂ ਲਈ ਵਰਦਾਨ। ਅਮੀਰ ਅਤੇ ਮੱਧ ਸ਼੍ਰੇਣੀ ਦੇ ਲੋਕਾਂ ਲਈ ਸਰਦੀਆਂ ਵਰਦਾਨ ਸਿੱਧ ਹੁੰਦੀਆਂ ਹਨ। ਇਹ ਲੋਕ ਤਰ੍ਹਾਂ ਤਰ੍ਹਾਂ ਦੀਆਂ ਰੰਗ ਬਰੰਗੀਆਂ ਕੋਟੀਆਂ, ਕੋਟ, ਜੈਕਟਾਂ ਆਦਿ ਪਾ ਕੇ ਆਪਣੀ ਸੁੰਦਰਤਾ ਦਾ ਖੂਬ ਪ੍ਰਗਟਾਵਾ ਕਰਦੇ ਹਨ। ਇਸ ਦੇ ਉਲਟ ਗਰੀਬਾਂ ਲਈ ਸਰਦੀ ਦਾ ਮੌਸਮ ਇੱਕ ਸਰਾਪ ਹੈ। ਉਹਨਾਂ ਕੋਲ ਤਾਂ ਢਿੱਡ ਭਰਨ ਲਈ ਪੂਰੇ ਪੈਸੇ ਨਹੀਂ ਹੁੰਦੇ, ਫਿਰ ਉਹ ਤਨ ਢੱਕਣ ਲਈ ਗਰਮ ਕੱਪੜੇ ਕਿੱਥੋਂ ਖਰੀਦਣ। ਇਸੇ ਕਰਕੇ ਬਹੁਤ ਸਾਰੇ ਗਰੀਬ ਲੋਕਾਂ ਦੀ ਸਰਦੀ ਕਾਰਨ ਮੌਤ ਵੀ ਹੋ ਜਾਂਦੀ ਹੈ। ਵਿਆਹਾਂ ਦੇ ਮਹੀਨੇ। ਜਨਵਰੀ ਫਰਵਰੀ ਮਹੀਨਿਆਂ ਵਿੱਚ ਲੋਕ ਵੱਧ ਤੋਂ ਵੱਧ ਵਿਆਹ ਰਚਾਉਂਦੇ ਹਨ। ਇਹਨਾਂ ਮਹੀਨਿਆਂ ਵਿੱਚ ਜ਼ਿਆਦਾ ਵਿਆਹ ਇਸ ਕਰਕੇ ਹੁੰਦੇ ਹਨ ਕਿ ਖਾਣ ਪੀਣ ਦੀਆਂ ਚੀਜ਼ਾਂ ਕਈ ਕਈ ਦਿਨਾਂ ਤੱਕ ਖਰਾਬ ਨਹੀਂ ਹੁੰਦੀਆਂ। ਕਿਸਾਨਾਂ ਲਈ ਇਹ ਮਹੀਨੇ ਵਿਹਲੇ ਜਿਹੇ ਹੁੰਦੇ ਹਨ। ਇਸ ਲਈ ਇਹਨਾਂ ਮਹੀਨਿਆਂ ਨੂੰ ਵਿਆਹਾਂ ਦੇ ਮਹੀਨੇ ਵੀ ਕਿਹਾ ਜਾਂਦਾ ਹੈ। ਇਸ ਤਰ੍ਹਾਂ ਪੰਜਾਬ ਵਿੱਚ ਨਵੰਬਰ ਮਹੀਨੇ ਤੋਂ ਸਰਦੀ ਰੁੱਤ ਸ਼ੁਰੂ ਹੋ ਜਾਂਦੀ ਹੈ ਅਤੇ ਦਸੰਬਰ ਤੇ ਜਨਵਰੀ ਵਿੱਚ ਅੱਤ ਦੀ ਸਰਦੀ ਪੈਂਦੀ ਹੈ। ਇਸ ਵਾਰ ਤਾਂ ਜਨਵਰੀ ਮਹੀਨੇ ਵਿੱਚ ਅੰਤਾਂ ਦੀ ਠੰਡ ਪਈ। 13 ਜਨਵਰੀ ਤਾਂ ਅੱਤ ਸਰਦੀ ਦਾ ਦਿਨ ਸੀ। ਇਸ ਦਿਨ ਲੋਹੜੀ ਦਾ ਤਿਉਹਾਰ ਵੀ ਸੀ। ਮੈਂ ਸਵੇਰੇ ਸਵੇਰੇ ਉੱਠੀ। ਪਹਿਲਾਂ ਤਾਂ ਮੇਰਾ ਰਜਾਈ ਦੇ ਨਿੱਘ ਨੂੰ ਛੱਡਣ ਨੂੰ ਬਿਲਕੁਲ ਮਨ ਨਹੀਂ ਸੀ ਕਰ ਰਿਹਾ, ਪਰ ਮਜਬੂਰੀ ਸੀ, ਨਿਕਲਣਾ ਪਿਆ ਕਿਉਂਕਿ ਮੈਂ ਸਕੂਲ ਜਾਣਾ ਸੀ। ਮਾਂ ਦੇ ਵਾਰ-ਵਾਰ ਕਹਿਣ 'ਤੇ ਕਿ ਮੈਂ ਸਕੂਲ ਤੋਂ ਲੇਟ ਨਾ ਹੋ ਜਾਵਾਂ, ਮੈਨੂੰ ਉੱਠਣਾ ਪਿਆ ਅਤੇ ਰਜਾਈ ਦਾ ਨਿੱਘ ਛੱਡਣਾ ਪਿਆ। ਮੈਂ ਖਿੜਕੀ ਤੋਂ ਬਾਹਰ ਦੇਖਿਆ ਤਾਂ ਦੂਰ ਦੂਰ ਤੱਕ ਕੁਝ ਵੀ ਨਜ਼ਰ ਨਹੀਂ ਸੀ ਆ ਰਿਹਾ। ਬਾਹਰ ਨਿਕਲ ਕੇ ਵੇਖਿਆ, ਚਾਰੇ ਪਾਸੇ ਧੁੰਦ ਹੀ ਦਿਖਾਈ ਦੇ ਰਹੀ ਸੀ। ਸੱਤ ਵੱਜ ਚੁੱਕੇ ਸਨ। ਮੈਂ ਸਿੱਧੀ ਰਸੋਈ ਵਿੱਚ ਗਈ। ਮੇਰੇ ਮਾਤਾ ਜੀ ਨੇ ਮੇਰੇ ਲਈ ਚਾਹ ਬਣਾ ਕੇ ਰੱਖੀ ਹੋਈ ਸੀ। ਮੈਂ ਗਰਮ ਗਰਮ ਚਾਹ ਪੀਤੀ ਅਤੇ ਫਿਰ ਮੈਨੂੰ ਕੁਝ ਨਿੱਘ ਮਹਿਸੂਸ ਹੋਇਆ। ਪਹਿਲਾਂ ਤਾਂ ਮੇਰਾ ਨਹਾਉਣ ਦਾ ਕੋਈ ਮਨ ਨਹੀਂ ਸੀ ਕਿਉਂਕਿ ਠੰਡ ਬਹੁਤ ਜ਼ਿਆਦਾ ਲੱਗ ਰਹੀ ਸੀ। ਫਿਰ ਮੇਰੇ ਮਾਤਾ ਜੀ ਨੇ ਮੈਨੂੰ ਹੌਸਲਾ ਦਿੱਤਾ ਕਿ ਗੁਸਲਖਾਨੇ ਵਿੱਚ ਪਾਣੀ ਗਰਮ ਕਰਕੇ ਰੱਖਿਆ ਹੋਇਆ ਹੈ। ਗਰਮ ਪਾਣੀ ਦਾ ਨਾਂ ਸੁਣ ਕੇ ਮੈਂ ਨਹਾਉਣ ਦਾ ਮਨ ਬਣਾ ਲਿਆ। ਮੈਂ ਨਹਾ ਕੇ ਗਰਮ ਕੱਪੜੇ ਪਾਏ, ਸਕੂਲ ਦੀ ਵਰਦੀ ਪਾਈ ਅਤੇ ਸਕੂਲ ਜਾਣ ਲਈ ਤਿਆਰ ਹੋ ਗਈ। ਮੇਰੇ ਮਾਤਾ ਜੀ ਨੇ ਮੈਨੂੰ ਮੱਕੀ ਦੀ ਮੇਥੀ ਵਾਲੀ ਗਰਮ ਗਰਮ ਰੋਟੀ ਮੱਖਣ ਨਾਲ ਖਾਣ ਨੂੰ ਦਿੱਤੀ। ਨਾਸ਼ਤਾ ਕਰਕੇ ਮੈਂ 8 ਵਜੇ ਬਿਲਕੁਲ ਤਿਆਰ ਸੀ। ਮੈਂ ਆਪਣਾ ਬਸਤਾ ਚੁੱਕਿਆ ਅਤੇ ਸਾਈਕਲ 'ਤੇ ਸਕੂਲ ਲਈ ਚੱਲ ਪਈ। ਘਰੋਂ ਬਾਹਰ ਨਿਕਲੀ ਤਾਂ ਦੇਖਿਆ ਸਾਰੇ ਪਾਸੇ ਧੁੰਦ ਹੀ ਧੁੰਦ ਸੀ। ਬਹੁਤ ਠੰਡੀ ਅਤੇ ਬਰਫੀਲੀ ਹਵਾ ਚੱਲ ਰਹੀ ਸੀ। ਕੁਝ ਵੀ ਦਿਖਾਈ ਨਹੀਂ ਸੀ ਦੇ ਰਿਹਾ। ਸੜਕ 'ਤੇ ਕੋਈ ਬੱਚਾ ਹੀ ਦਿਖਾਈ ਦੇ ਰਿਹਾ ਸੀ। ਮੈਂ ਦਸਤਾਨੇ ਪਾਏ ਹੋਏ ਸਨ, ਪਰ ਫਿਰ ਵੀ ਮੇਰੇ ਹੱਥ ਠੰਡ ਕਾਰਨ ਠਰ ਰਹੇ ਸਨ। ਰਸਤੇ ਵਿੱਚ ਕੁਝ ਬੰਦੇ ਇਕੱਠੇ ਹੋ ਕੇ
ਅੱਗ ਬਾਲੀ ਬੈਠੇ ਸਨ ਅਤੇ ਸੇਕ ਰਹੇ ਸਨ। ਵਿਰਲਾ ਟਾਵਾਂ ਬੰਦਾ ਹੀ ਸੜਕ ਉੱਤੇ ਦਿਖਾਈ ਦੇ ਰਿਹਾ ਸੀ। ਸੜਕ ਉੱਤੇ ਉਹੀ ਬੰਦਾ ਸੀ ਜੋ ਡਿਊਟੀ ਲਈ ਜਾ ਰਿਹਾ ਸੀ ਜਾਂ ਜਿਸ ਦੀ ਕੋਈ ਮਜਬੂਰੀ ਸੀ। ਸੜਕ ਉੱਪਰ ਚੱਲਣ ਵਾਲੇ ਵਾਹਨਾਂ ਦੀਆਂ ਬੱਤੀਆਂ ਜਗ ਰਹੀਆਂ ਸਨ ਅਤੇ ਉਹ ਬਹੁਤ ਹੌਲੀ-ਹੌਲੀ ਚੱਲ ਰਹੇ ਸਨ ਤਾਂ ਜੋ ਕੋਈ ਦੁਰਘਟਨਾ ਨਾ ਹੋ ਜਾਵੇ। ਘਾਹ ਉੱਤੇ ਕੋਰੇ ਦੀ ਪਰਤ ਜੰਮੀ ਹੋਈ ਸੀ। ਸਾਰੇ ਰੁੱਖ ਵੀ ਠੰਡ ਕਾਰਨ ਕੁਮਲਾਏ ਪਏ ਸਨ। ਲੋਕ ਆਪਣੇ ਘਰਾਂ ਵਿੱਚ ਸਨ। ਕੋਈ ਵੀ ਦੁਕਾਨ ਖੁੱਲ੍ਹੀ ਨਹੀਂ ਸੀ। ਬਾਜ਼ਾਰਾਂ ਦੇ ਵਿੱਚ ਸੁੰਨਮਸਾਨ ਪਈ ਸੀ। ਰਸਤੇ ਵਿੱਚ ਮੈਂ ਦੇਖਿਆ ਕਿ ਕੁਝ ਬੰਦੇ ਇਕੱਠੇ ਹੋਏ ਸਨ। ਮੈਂ ਆਪਣਾ ਸਾਈਕਲ ਇੱਕ ਪਾਸੇ ਖੜ੍ਹਾ ਕਰਕੇ ਇੱਕ ਬਜ਼ੁਰਗ ਅੰਕਲ ਨੂੰ ਬੰਦਿਆਂ ਦੇ ਇਕੱਠੇ ਹੋਣ ਦਾ ਕਾਰਨ ਪੁੱਛਿਆ ਤਾਂ ਅੰਕਲ ਨੇ ਮੈਨੂੰ ਦੱਸਿਆ ਕਿ ਰਾਤ ਕਿਸੇ ਭਿਖਾਰੀ ਦੀ ਠੰਡ ਕਾਰਨ ਮੌਤ ਹੋ ਗਈ ਸੀ। ਮੈਂ ਥੋੜ੍ਹਾ ਅਗਾਂਹ ਹੋ ਕੇ ਦੇਖਿਆ ਤਾਂ ਭਿਖਾਰੀ ਦੇ ਸਰੀਰ 'ਤੇ ਕੋਈ ਵੀ ਗਰਮ ਕੱਪੜਾ ਨਹੀਂ ਸੀ। ਮੈਂ ਸੋਚਿਆ ਕਿ ਸ਼ਾਇਦ ਅੰਕਲ ਸੱਚ ਹੀ ਕਹਿ ਰਹੇ ਹਨ। ਗਰਮ ਕੱਪੜੇ ਨਾ ਹੋਣ ਕਾਰਨ ਭਿਖਾਰੀ ਦਾ ਸਰੀਰ ਠੰਡ ਬਰਦਾਸ਼ਤ ਨਾ ਕਰ ਸਕਿਆ ਅਤੇ ਠੰਡ ਕਾਰਨ ਉਸ ਦੀ ਮੌਤ ਹੋ ਗਈ। ਸਕੂਲ ਤੋਂ ਲੇਟ ਨਾ ਹੋ ਜਾਵਾਂ ਇਸ ਕਰਕੇ ਮੈਂ ਕਾਹਲੀ ਨਾਲ ਉੱਥੋਂ ਚੱਲ ਪਈ, ਪਰ ਮੇਰੇ ਮਨ 'ਤੇ ਇਸ ਘਟਨਾ ਦਾ ਬਹੁਤ ਮਾੜਾ ਅਸਰ ਹੋਇਆ। ਮੈਂ ਸਾਰਾ ਰਸਤਾ ਸੋਚਦੀ ਗਈ ਕਿ ਅਮੀਰ ਲੋਕ ਤਾਂ ਗਰਮ ਕੱਪੜੇ ਪਾ ਕੇ ਅਤੇ ਗਰਮ ਵਸਤੂਆਂ ਦਾ ਸੇਵਨ ਕਰਕੇ ਠੰਡ ਤੋਂ ਆਪਣੇ ਆਪ ਨੂੰ ਬਚਾ ਲੈਂਦੇ ਹਨ, ਪਰ ਗਰੀਬ ਲੋਕ ਠੰਡ ਦੀ ਮਾਰ ਨੂੰ ਨਹੀਂ ਝੱਲ ਸਕਦੇ ਅਤੇ ਆਪਣੀ ਜਾਨ ਵੀ ਗਵਾ ਬੈਠਦੇ ਹਨ। ਭਿਖਾਰੀ ਬਾਰੇ ਸੋਚਦੀ ਹੋਈ ਅਤੇ ਠੰਡ ਨਾਲ ਠਰਦੀ ਹੋਈ ਮੈਂ ਸਕੂਲ ਪਹੁੰਚ ਗਈ। ਮੇਰੇ ਹੱਥ ਠੰਡ ਕਾਰਨ ਸਿੱਧੇ ਹੀ ਨਹੀਂ ਸਨ ਹੋ ਰਹੇ। ਮੇਰੀ ਸਕੂਲ ਵਰਦੀ ਪੂਰੀ ਕੋਰੇ ਨਾਲ ਭਰ ਗਈ। ਮੇਰਾ ਨੱਕ ਠੰਡ ਨਾਲ ਪੂਰਾ ਸੁੰਨ ਹੋ ਗਿਆ ਸੀ। ਮੈਂ ਸਾਈਕਲ ਸਟੈਂਡ 'ਤੇ ਸਾਈਕਲ ਰੱਖਿਆ ਅਤੇ ਆਪਣੀ ਜਮਾਤ ਦੇ ਕਮਰੇ ਵਿੱਚ ਆਪਣਾ ਬਸਤਾ ਰੱਖ ਦਿੱਤਾ। ਬੱਚੇ ਮੈਦਾਨ ਵਿੱਚ ਖੇਡ ਰਹੇ ਸਨ। ਬਹੁਤ ਥੋੜ੍ਹੇ ਬੱਚੇ ਆਏ ਸਨ। ਜਿਹੜੇ ਬੱਚੇ ਆਏ ਸਨ ਉਹ ਧੂਣੀ ਬਾਲ ਕੇ ਅੱਗ ਸੇਕ ਰਹੇ ਸਨ। ਪ੍ਰਾਰਥਨਾ ਦੀ ਘੰਟੀ ਵੱਜੀ। ਵਿਦਿਆਰਥੀ ਥਰ-ਥਰ ਕੰਬ ਰਹੇ ਸਨ। ਅਧਿਆਪਕ ਸਾਨੂੰ ਜਲਦੀ ਹੀ ਜਮਾਤ ਦੇ ਕਮਰੇ ਵਿੱਚ ਲੈ ਗਏ। ਕਿਸੇ ਵੀ ਬੱਚੇ ਦਾ ਪੜ੍ਹਨ ਵੱਲ ਕੋਈ ਧਿਆਨ ਨਹੀਂ ਸੀ। ਹਰ ਕੋਈ ਠੰਡ ਨਾਲ ਕੰਬ ਰਿਹਾ ਸੀ। ਸਾਡੀ ਪੰਜਾਬੀ ਦੀ ਅਧਿਆਪਕਾ ਸ਼੍ਰੀਮਤੀ ਨਰਿੰਦਰ ਕੌਰ ਨੇ ਸਾਡੇ ਕੋਲੋਂ ਲੋਹੜੀ ਦੇ ਗੀਤ ਸੁਣੇ। ਅਸੀਂ ਸਾਰਿਆਂ ਨੇ ਸੁੰਦਰ ਮੁੰਦਰੀਏ ਵਾਲਾ ਗੀਤ ਰਲ ਕੇ ਗਾਇਆ। ਗੀਤ ਗਾਉਣ ਨਾਲ ਸਾਡੇ ਵਿੱਚ ਜੋਸ਼ ਪੈਦਾ ਹੋ ਗਿਆ ਅਤੇ ਠੰਡ ਥੋੜ੍ਹਾ ਘੱਟ ਮਹਿਸੂਸ ਹੋਣ ਲੱਗੀ। ਮੈਡਮ ਜੀ ਨੇ ਸਾਨੂੰ ਲੋਹੜੀ ਦੇ ਤਿਉਹਾਰ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਫਿਰ ਮੈਡਮ ਜੀ ਨੇ ਸਾਨੂੰ ਮੂੰਗਫਲੀ ਅਤੇ ਰਿਉੜੀਆਂ ਖਾਣ ਨੂੰ ਦਿੱਤੀਆਂ। ਅਸੀਂ ਸਾਰੇ ਬੱਚਿਆਂ ਨੇ ਬੜੇ ਹੀ ਮਜ਼ੇ ਨਾਲ ਮੂੰਗਫਲੀ ਅਤੇ ਰਿਉੜੀਆਂ ਖਾਧੀਆਂ। ਹਾਜ਼ਰੀ ਬਹੁਤ ਘੱਟ ਸੀ, ਇਸ ਕਰਕੇ ਪੜ੍ਹਾਈ ਦਾ ਕੰਮ ਬਹੁਤ ਜ਼ਿਆਦਾ ਨਹੀਂ ਹੋਇਆ। ਸਾਰਾ ਦਿਨ ਸੂਰਜ ਦੇਵਤਾ ਦੇ ਦਰਸ਼ਨ ਨਹੀਂ ਹੋਏ। 3:20 'ਤੇ ਛੁੱਟੀ ਹੋਈ ਤਾਂ ਮੈਂ ਸਿੱਧੀ ਘਰ ਪਹੁੰਚੀ। ਮੇਰੇ ਮਾਤਾ ਜੀ ਨੇ ਗਰਮ-ਗਰਮ ਪਕੌੜੇ ਬਣਾਏ ਹੋਏ ਸਨ। ਉਹਨਾਂ ਨੇ
ਖੀਰ ਅਤੇ ਸਾਗ ਵੀ ਬਣਾਇਆ ਸੀ, ਜੋ ਅਸੀਂ ਅਗਲੇ ਦਿਨ ਭਾਵ ਮਾਘੀ ਵਾਲੇ ਦਿਨ ਖਾਣਾ ਸੀ। ਮੈਂ ਗਰਮ ਗਰਮ ਪਕੌੜੇ ਖਾਧੇ ਅਤੇ ਚਾਹ ਪੀਤੀ। ਹੁਣ ਮੈਂ ਅੰਗੀਠੀ ਕੋਲ ਹੀ ਬੈਠ ਗਈ ਅਤੇ ਆਪਣੀ ਮਾਤਾ ਜੀ ਨਾਲ ਗੱਲਾਂ ਕਰਨ ਲੱਗੀ। ਮੈਂ ਆਪਣੀ ਮਾਤਾ ਜੀ ਨੂੰ ਸਾਰੇ ਦਿਨ ਦੀ ਠੰਡ ਬਾਰੇ ਅਤੇ ਰਸਤੇ ਵਿੱਚ ਭਿਖਾਰੀ ਦੀ ਹੋਈ ਠੰਡ ਕਾਰਨ ਮੌਤ ਬਾਰੇ ਦੱਸਿਆ। ਮੇਰੇ ਮਾਤਾ ਜੀ ਨੇ ਭਿਖਾਰੀ ਦੀ ਤਰਸਯੋਗ ਹਾਲਤ 'ਤੇ ਦੁੱਖ ਪ੍ਰਗਟ ਕੀਤਾ। ਫਿਰ ਮੇਰੇ ਮਾਤਾ ਜੀ ਮੈਨੂੰ ਠੰਡ ਤੋਂ ਬਚਣ ਦੇ ਉਪਾਅ ਦੱਸਣ ਲੱਗੇ। ਮੇਰੇ ਮਾਤਾ ਜੀ ਨੇ ਮੈਨੂੰ ਦੱਸਿਆ ਕਿ ਸ਼ੀਤਕਾਲ ਵਿੱਚ ਮਨੁੱਖ ਨੂੰ ਕੁਦਰਤੀ ਤੌਰ 'ਤੇ ਹੀ ਉੱਤਮ ਬਲ ਪ੍ਰਾਪਤ ਹੁੰਦਾ ਹੈ। ਪਾਚਨ ਸ਼ਕਤੀ ਬਹੁਤ ਪ੍ਰਬਲ ਹੁੰਦੀ ਹੈ। ਇਸ ਲਈ ਇਸ ਰੁੱਤ ਵਿੱਚ ਸਰੀਰ ਨੂੰ ਬਲਵਾਨ ਬਣਾਉਣ ਲਈ ਭਾਰੀ ਅਤੇ ਸ਼ਕਤੀਵਰਧਕ ਭੋਜਨ ਖਾਣੇ ਚਾਹੀਦੇ ਹਨ। ਦੁੱਧ ਅਤੇ ਦੁੱਧ ਨਾਲ ਬਣੇ ਪਦਾਰਥ, ਤਿਲ, ਗੁੜ, ਮੂੰਗਫਲੀ, ਘਿਓ, ਮਾਂਹ, ਅਦਰਕ, ਲਸਣ ਦੀ ਚਟਨੀ ਆਦਿ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਤੇਲ ਮਾਲਿਸ਼, ਚੰਗੀ ਕਸਰਤ, ਧੁੱਪ ਵਿੱਚ ਬੈਠਣਾ ਅਤੇ ਗਰਮ ਪਾਣੀ ਦਾ ਉਪਯੋਗ ਕਰਨਾ ਚਾਹੀਦਾ ਹੈ। ਗਰਮ ਕੱਪੜਿਆਂ ਨਾਲ ਸਰੀਰ ਨੂੰ ਢੱਕਣਾ ਚਾਹੀਦਾ ਹੈ। ਠੰਡੇ ਪਾਣੀ ਅਤੇ ਠੰਡੀਆਂ ਚੀਜ਼ਾਂ ਦੀ ਵਰਤੋਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜੇ ਮਨੁੱਖ ਇਹਨਾਂ ਚੀਜ਼ਾਂ ਦੀ ਪਾਲਣਾ ਕਰਦਾ ਰਹੇ ਤਾਂ ਉਹ ਸਿਹਤਮੰਦ ਅਤੇ ਪ੍ਰਸੰਨ ਚਿੱਤ ਰਹਿੰਦਾ ਹੈ ਅਤੇ ਉਸ ਨੂੰ ਬਿਮਾਰ ਹੋਣ ਦਾ ਡਰ ਨਹੀਂ ਰਹਿੰਦਾ। ਪਰੰਤੂ ਇਹਨਾਂ ਨਿਯਮਾਂ ਦੀ ਉਲੰਘਣਾ ਕਾਰਨ ਮਨੁੱਖ ਅਨੇਕਾਂ ਮੌਸਮੀ ਬਿਮਾਰੀਆਂ ਨਾਲ ਗ੍ਰਸਤ ਹੋ ਜਾਂਦਾ ਹੈ। ਅਸਲ ਵਿੱਚ ਮੌਸਮ ਕੋਈ ਵੀ ਮਾੜਾ ਨਹੀਂ। ਹਰ ਮੌਸਮ ਦਾ ਪੂਰੀ ਤਰ੍ਹਾਂ ਆਪਣਾ ਆਪਣਾ ਮਹੱਤਵ ਹੈ। ਜੇ ਸਰਦੀਆਂ ਵਿੱਚ ਪਹਾੜਾਂ ਵਿੱਚ ਜ਼ਿਆਦਾ ਬਰਫ਼ ਨਾ ਪਵੇ ਤਾਂ ਪਾਣੀ ਦੀ ਘਾਟ ਆ ਜਾਵੇ। ਮੌਸਮ ਕੋਈ ਵੀ ਹੋਵੇ, ਲੋਕਾਂ ਨੂੰ ਉਸ ਵਾਸਤੇ ਪਹਿਲਾਂ ਹੀ ਆਪਣੇ ਆਪ ਨੂੰ ਤਿਆਰ ਕਰ ਲੈਣਾ ਚਾਹੀਦਾ ਹੈ। ਠੰਡ ਤੋਂ ਬਚਣ ਦੇ ਉਪਾਅ ਦੱਸਣ ਤੋਂ ਬਾਅਦ ਮੇਰੇ ਮਾਤਾ ਜੀ ਨੇ ਮੈਨੂੰ ਕੁੱਟ ਕੇ ਜੱਫੀ ਪਾਈ। ਮਾਂ ਦੀ ਗਲਵੱਕੜੀ ਨਾਲ ਮੈਨੂੰ ਨਿੱਘ ਦਾ ਅਹਿਸਾਸ ਹੋਇਆ ਅਤੇ ਮੇਰੀ ਸਾਰੀ ਠੰਡ ਲੈ ਗਈ। ਇਹ ਅੱਤ ਸਰਦੀ ਦਾ ਦਿਨ ਮੈਨੂੰ ਹਮੇਸ਼ਾ ਯਾਦ ਰਹੇਗਾ। ਇਹ ਸੀ 7ਵੀਂ ਜਮਾਤ ਦੇ ਪੰਜਾਬੀ ਵਿਸ਼ੇ ਦੇ ਪਾਠਕ੍ਰਮ ਵਿੱਚ ਸ਼ਾਮਿਲ ਲੇਖ ਅੱਤ ਸਰਦੀ ਦਾ ਇੱਕ ਦਿਨ, ਜਿਸ ਬਾਰੇ ਅਸੀਂ ਗੱਲਬਾਤ ਕੀਤੀ ਹੈ। ਧੰਨਵਾਦ।